ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਸ ਭਰਿਆ ਰਸ ਰਖਦਾ, ਬੋਲਣ ਅਣਬੋਲਣ ਅਬਰਿਠਾ। ਸੁਣਿਆ ਅਣਸੁਣਿਆ ਕਰੈ, ਕਰੇ ਵਿਚਾਰ ਡਿਠਾ ਅਣਡਿਠਾ। ਅੱਖੀ ਧੂੜ ਅਟਾਈਆਂ, ਅੱਖੀ ਵਿੱਚ ਅੰਗੂਰ ਬੈਠਾ। ਇੱਕ ਦੂੰ ਬਾਹਲੇ ਬੂਟਾ ਹੋਏ, ਸਿਰ ਤਲਵਾਇਆ ਇਨਹੁ ਵਿਠਾ। ਦੋ ਖੁੰਡਾਂ ਵਿੱਚ ਪੀੜੀ ਐ, ਓਟੇ ਲਾਹੇ ਇਤ ਗੁਣ ਮਿੱਠਾ। ਵੇਖ ਕੀ ਵਰਤਦਾ, ਅਵਗੁਣਿਆਰੇ ਪਾਪ ਵਿਣਠਾ। ਮੰਨੈ ਗੰਨੈ ਵਾਂਗ ਸੋ ਤਿੱਠਾ, ਮੰਨੈ ਗੰਨੈ ਵਾਂਗ ਸੋ ਤਿੱਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਣਯੋਗ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਸਮਰੱਥ ਸਤਿਗੁਰੂ ਦੀਨ ਦਇਆਲ ਸੁਆਮੀ, ਹਲਤ ਪਲਤ ਸਵਾਰ ਦੇਣਹਾਰ, ਕੋਟ ਬ੍ਰਹਮੰਡਾਂ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਇਮਾਨ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਬਾਰਕ ਹਜ਼ੂਰੀ ਦੇ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਭਾਗਾਂ ਵਾਲੇ ਸਤਸੰਗੀ ਜਨੋ, ਵਡਭਾਗੇ ਹਾਂ ਜੋ ਸਾਹਿਬਾਂ ਦੀ ਦਇਆ ਰਹਿਮਤ ਦਾ ਸਦਕਾ ਪਾਵਨ ਗੋਦ ਦੇ ਅੰਦਰ ਜੁੜ ਕਰਕੇ ਗੁਰੂ ਪਿਆਰ ਵਾਲਿਆਂ ਪਾਸੋਂ ਸਾਹਿਬਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਉਪਰੰਤ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਪਵਿੱਤਰ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਸ ਲੜੀ ਦੇ ਤਹਿਤ ਪਿਛਲੇ ਦੀਵਾਨਾਂ ਦੇ ਅੰਦਰ ਚੌਥੀ ਵਾਰ ਦੀਆਂ 13 ਪੌੜੀਆਂ ਦੀ ਵਿਚਾਰ ਆਪ ਸੰਤਾਂ ਦੇ ਨਾਲ ਸਾਂਝੀ ਕੀਤੀ ਸੀ। ਅਗਲੇ ਦੀ 14 ਨੰਬਰ ਪੌੜੀ, ਜਿਸ ਦਾ ਪਾਠ ਆਪ ਜੀਆਂ ਨੇ ਸਤਿਕਾਰਯੋਗ ਭਾਈ ਸਾਹਿਬਾਂ ਪਾਸੋਂ ਸ਼੍ਰਵਣ ਕੀਤਾ ਹੈ, ਜਿਸ ਦੀ ਵਿਚਾਰ ਆਪ ਸੰਤਾਂ ਦੇ ਨਾਲ ਸਾਂਝੀ ਕਰਨੀ ਹੈ। ਨਾਲ ਹੀ ਅੱਜ ਗੁਰੂ ਹੁਕਮਾਂ ਨੂੰ ਮੰਨਦਿਆਂ ਹੋਇਆ ਇਤਿਹਾਸ ਦੇ ਅੰਦਰ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਦਿਆਂ, ਇਤਿਹਾਸ ਨੂੰ ਦੁਹਰਾਉਂਦਿਆਂ ਹੋਇਆ, ਜਦੋਂ ਵੀ ਜ਼ਬਰ ਜ਼ਨਾ ਹੋਵੇਗਾ, ਕੋਈ ਨਾ ਕੋਈ ਸੂਰਮਾ ਸੰਸਾਰ ਦੇ ਅੰਦਰ ਪੈਦਾ ਹੋ ਕਰਕੇ ਉਹਨੂੰ ਠੱਲਣ ਵਾਸਤੇ, ਆਪਣਾ ਆਪਾ ਕੁਰਬਾਨ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ। ਉਹਨਾਂ ਦੇ ਵਿੱਚੋਂ ਹੀ ਅੱਜ ਦੇ ਦਿਨ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ। ਤਿਨਾਂ ਦੀ ਇਸ ਮਹਾਨ ਸ਼ਹਾਦਤ ਨੂੰ ਸਿਜਦਾ ਕਰੋੜਾਂ ਵਾਰ ਪ੍ਰਣਾਮ ਹੈ। ਆਓ
ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਲਵਾਈਏ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਰਸ ਭਰਿਆ ਰਸ ਰੱਖਦਾ, ਬੋਲਣ ਅਣ ਬੋਲਣ ਅਬਰਿਠਾ। ਗੰਨੇ ਦੀ ਉਦਾਹਰਨ ਦੇ ਕਰਕੇ ਭਾਈ ਗੁਰਦਾਸ ਜੀ ਸਮਝਾਉਂਦਿਆਂ ਹੋਇਆ ਕਹਿੰਦੇ ਨੇ, ਭਲਿਆ ਗੰਨੇ ਦਾ ਸੁਭਾਅ ਦੇਖ ਲਵੀਂ। ਜੇ ਕੁਝ ਸਿੱਖਣਾ ਹੋਵੇ, ਜੇ ਸਿੱਖਣ ਦੀ ਚਾਹਨਾ ਹੋਵੇ ਤੇ ਤੈਨੂੰ ਸਿਖਾਉਣ ਵਾਸਤੇ ਕੋਈ ਵੀ ਹੀਲਾ, ਕੋਈ ਵੀ ਤਰੀਕਾ ਵਰਤਿਆ ਜਾ ਸਕਦਾ ਹੈ। ਮਸਲਾ ਹੈ ਕਿ ਤੂੰ ਸਿੱਖਣਾ ਚਾਹੁੰਦਾ ਹੋਵੇ ਔਰ ਤੈਨੂੰ ਸਿਖਾਉਣ ਵਾਸਤੇ ਹਰੇਕ ਹੀਲਾ ਵਰਤਿਆ ਜਾ ਸਕਦਾ ਹੈ, ਤੇ ਜੇ ਸਿੱਖਣਾ ਨਾ ਚਾਹਵੇਂ ਤੇ ਕਿੰਨੇ ਵੀ ਹੀਲੇ ਵਰਤ ਲੈ ਜਾਣ ਤੇ ਸਿਖਾਇਆ ਨਹੀਂ ਜਾ ਸਕਦਾ। ਕਿਉਂਕਿ ਇੱਥੇ ਗੱਲ ਹੈ ਆਪਾ ਸਵਾਰਨ ਦੀ। ਫਰੀਸਾ ਕਹਿੰਦੇ ਨੇ, ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ, ਉਸ ਮਾਲਕ ਵਾਹਿਗੁਰੂ ਦੇ ਨਾਲ ਜੁੜ ਸਕਦਾ ਹੈ। ਫਰੀਦਾ ਆਪ ਸਵਾਰੈ, ਮੈਂ ਮਿਲਿਆ ਸੁਖ ਹੋਏ। ਜੇ ਤੂੰ ਉਹਦੇ ਨਾਲ ਜੁੜਨਾ ਚਾਹੁੰਦਾ ਹੈ ਤੇ ਫਿਰ ਆਪਣੇ ਆਪ ਨੂੰ ਸਵਾਰਨਾ ਪਏਗਾ। ਫਰੀਸਾ ਕਹਿੰਦੇ ਨੇ, ਜੇ ਤੂੰ ਸੱਚਮੁੱਚ ਹੀ ਮੇਰਾ ਹੋਣਾ ਚਾਹੁੰਦਾ ਹੈ ਤੇ ਇਹ ਪਹਿਲਾ ਤਰੀਕਾ ਹੈ, ਆਪਣੇ ਆਪ ਨੂੰ ਸਵਾਰ। ਤੇ ਜਿਸ ਦਿਨ ਮੇਰਾ ਹੋ ਗਿਆ ਫਰੀਦਾ, ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਵੇ ਸਾਰਾ ਸੰਸਾਰ ਹੀ ਤੇਰਾ ਹੋ ਜਾਏਗਾ। ਇਸੇ ਆਪੇ ਨੂੰ ਸਵਾਰਨ ਵਾਸਤੇ ਸਾਨੂੰ ਯਤਨ ਕਰਨਾ ਪੈਂਦਾ ਹੈ। ਜਦੋਂ ਤੱਕ ਆਪੇ ਨੂੰ ਸਵਾਰਦੇ ਨਹੀਂ, ਉਦੋਂ ਤੱਕ ਗੁਰੂ ਚਰਨਾਂ ਦੇ ਅੰਦਰ ਪ੍ਰਵਾਨ ਨਹੀਂ ਹੋ ਸਕਦੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੇ ਤੂੰ ਸਿੱਖਣਾ ਚਾਹੁੰਦਾ ਹੈ ਤੇ ਕਦੇ ਗੰਨੇ ਦੇ ਕੋਲੋਂ ਸਿੱਖੀ। ਦੇਖ ਰਸ ਦੇ ਨਾਲ ਭਰਿਆ ਹੋਇਆ ਹੈ, ਬੜਾ ਰਸ ਹੈ ਗੰਨੇ ਦੇ ਅੰਦਰ। ਕਿਸਾਨ ਨੇ ਬੜੀ ਮਿਹਨਤ ਦੇ ਨਾਲ ਉਹਨੂੰ ਪਾਲਿਆ ਹੈ ਔਰ ਉਹਦੇ ਅੰਦਰ ਰਸ ਬੜਾ ਹੈ। ਦੋ ਤਰੀਕੇ ਨੇ, ਕਹਿੰਦੇ ਜੇ ਕੋਈ ਉਹਨੂੰ ਚਾਹੇ ਬੋਲਣ ਅਣ ਬੋਲਣ। ਇੱਕ ਹੈ ਜ਼ੋਰ ਦੇ ਨਾਲ ਥੱਲੇ ਮਾਰ ਕੇ ਉਹਨੂੰ ਫਿਰ ਉਹਨੂੰ ਖਾਣਾ। ਇੱਕ ਹੈ ਬਿਨਾ ਕਿਸੇ ਹੋਰ ਹੀਲੇ ਨੂੰ ਵਰਤਿਆਂ ਸਿੱਧਾ ਉਹਨੂੰ ਚੁੱਕ ਲੈਣਾ, ਮੂੰਹ ਦੇ ਨਾਲ ਛਿੱਲ ਨੂੰ ਉਤਾਰ ਕਰਕੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਿਸੇ ਨੇ ਜ਼ੋਰ ਦੇ ਨਾਲ ਥੱਲੇ ਮਾਰ ਕੇ ਉਹਦੇ ਟੁਕੜੇ ਕੀਤੇ ਨੇ, ਉਹਦੇ ਕਈ ਹਿੱਸੇ ਕਰ ਦਿੱਤੇ, ਪਰ ਉਹਨੇ ਆਪਣਾ ਸਵਾਦ ਨਹੀਂ ਬਦਲਿਆ। ਮਸਲਾ ਇਹ ਹੈ, ਉਹਨੇ ਸਵਾਦ ਨਹੀਂ ਬਦਲਿਆ। ਕਿਸੇ ਨੇ ਉਹਨੂੰ ਉਦਾਂ ਹੀ ਚੁੱਕਣਾ ਸ਼ੁਰੂ ਕਰ ਦਿੱਤਾ, ਸਵਾਦ ਉਹਨੇ ਫਿਰ ਵੀ ਨਹੀਂ ਬਦਲਿਆ। ਇਹੀ ਅਸਲ ਦੇ ਵਿੱਚ ਸਿਧਾਂਤ ਹੈ। ਜਿਸ ਦਿਨ ਤੂੰ ਆਪਣੇ ਸੁਭਾਅ ਨੂੰ ਗੁਰੂ ਦੇ ਅਨੁਸਾਰੀ ਕਰਕੇ ਫਿਰ ਬਦਲੇ ਨਾ, ਇਹੀ ਤੇ ਅਸਲ ਦੇ ਵਿੱਚ ਸਿੱਖੀ ਹੈ। ਕਬੀਰ ਸੰਤ ਨਾ ਛੋਟਾ ਸੰਤਈ, ਜੋ ਕੋਟਿਕ ਮਿਲੈ ਅਸੰਤ। ਕਰੋੜਾਂ ਮਾੜੇ ਬੰਦੇ ਮਿਲ ਜਾਣ ਪਰ ਸੁਭਾਅ ਨਹੀਂ ਤਿਆਗਣਾ। ਇਹੀ ਤੇ ਸਿਖਾਇਆ ਹੈ ਸਤਿਗੁਰਾਂ ਨੇ ਸਾਨੂੰ। ਮੈਦਾਨੇ ਜੰਗ ਦੇ ਅੰਦਰ ਵੀ ਕਿੰਨੇ ਆਉਂਦੇ ਨੇ ਸਤਿਗੁਰੂ ਦੇ ਉੱਤੇ ਹਮਲਾ ਕਰਨ ਵਾਲੇ, ਪਰ ਸਤਿਗੁਰੂ ਨੇ ਸੁਭਾਅ ਨਹੀਂ ਛੱਡਿਆ। ਬੜਾ ਯਤਨ ਕੀਤਾ ਸਤਿਗੁਰੂ ਨੂੰ ਉਕਸਾਇਆ ਜਾਵੇ, ਪਰ ਕੀ ਫਰਕ ਪੈਂਦਾ ਹੈ? ਤੂੰ ਯਤਨ ਕਰ ਸਕਦਾ ਹੈ ਉਕਸਾਉਣ ਦੇ, ਪਰ ਤੇਰੇ ਕਹਿਣ ਦੇ ਨਾਲ, ਕਿਉਂਕਿ ਮੇਰਾ ਕੰਟਰੋਲ ਮੇਰੇ ਉੱਤੇ ਹੈ। ਜਿਸ ਦੇ ਮਨ ਦਾ ਕੰਟਰੋਲ ਕਿਸੇ ਹੋਰ ਦੇ ਹੱਥ ਦੇ ਵਿੱਚ ਹੋਵੇ ਨਾ, ਉਹਨੂੰ ਕਿਸੇ ਦੀਆਂ ਗੱਲਾਂ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ। ਸਾਡੇ ਹੱਥ ਦੇ ਵਿੱਚ ਸਾਡਾ ਕਿੰਨਾ ਕੰਟਰੋਲ ਹੈ, ਸਾਡਾ ਮਨ ਸਾਡੇ ਵਾਸਤੇ ਅੰਦਰ ਕਿੰਨਾ ਹੈ, ਬਸ ਉਹਨਾਂ ਕਿ ਅਸੀਂ ਦੁਖੀ ਘੱਟ ਹੁੰਦੇ ਹਾਂ। ਸਾਡੀ ਹਾਲਤ ਤੇ ਇਦਾਂ ਦੀ ਹੋਈ ਹੈ, ਹਜ਼ਾਰਾਂ ਕੋਹਾਂ ਤੇ ਬੈਠਾ ਹੋਇਆ ਕੋਈ ਮਨੁੱਖ ਸਾਡੇ ਵਾਸਤੇ ਕੋਈ ਗੱਲ ਕਹਿ ਦੇਵੇ, ਉਥੋਂ ਇੰਨੀ ਦੂਰ ਤੋਂ ਬੈਠਿਆ ਹੋਇਆ ਵੀ ਉਹ ਸਾਡੇ ਅੰਦਰ ਦਾ ਸਾਰਾ ਸਿਸਟਮ ਹਿਲਾ ਸਕਦਾ ਹੈ। ਸਾਡੀ ਹਾਲਤ ਇਦਾਂ ਦੀ ਹੈ, ਅਸੀਂ ਆਪਣੇ ਰਿਮੋਟ ਕਿਸੇ ਹੋਰ ਨੂੰ ਦਿੱਤੇ ਹੋਏ ਨੇ।
ਸਾਡੇ ਦੁੱਖ ਦਾ ਕਾਰਨ ਹੀ ਇਹੀ ਹੈ। ਜਦੋਂ ਰਿਮੋਟ ਕਿਸੇ ਹੋਰ ਦੇ ਕੋਲ ਹੋਵੇਗਾ ਫਿਰ ਉਹ ਮਰਜ਼ੀ ਦੇ ਨਾਲ ਦੱਬਦਾ ਹੈ। ਜੇ ਉਹਦਾ ਮਨ ਕੀਤਾ ਉਹਨੇ ਚੰਗਾ ਬੋਲ ਦਿੱਤਾ, ਅਸੀਂ ਖੁਸ਼ ਹੋ ਗਏ। ਉਹਦਾ ਮਨ ਕੀਤਾ ਉਹਨੇ ਮੰਦਾ ਬੋਲ ਦਿੱਤਾ, ਅਸੀਂ ਦੁਖੀ ਹੋ ਗਏ। ਫਿਰ ਰਿਮੋਟ ਤੇ ਕਿਸੇ ਹੋਰ ਦੇ ਕੋਲ ਹੈ ਨਾ, ਕਿਸੇ ਦੇ ਕਹਿਣ ਦੇ ਕਰਕੇ ਅਸੀਂ ਦੁਖੀ ਤੇ ਸੁਖੀ ਹੋ ਰਹੇ ਹਾਂ। ਇਹਦਾ ਭਾਵ ਹੈ ਕਿ ਅਸੀਂ ਆਪਣੇ ਆਪ ਨੂੰ ਵਸ ਹੀ ਨਹੀਂ ਕਰ ਸਕੇ। ਸਾਡਾ ਮਨ ਸਾਡੇ ਆਪਣੇ ਵਸ 'ਚ ਨਹੀਂ ਹੈ। ਮਾਲਕ ਕਹਿੰਦੇ ਮਨ ਵਸ 'ਚ ਆ ਸਕਦਾ ਹੈ, ਪਰ ਉਹਦੇ ਵਾਸਤੇ ਕੁਝ ਕਰਨਾ ਪਏਗਾ। ਉਹਦੇ ਵਾਸਤੇ ਗੁਰੂ ਦੀ ਸ਼ਰਨ 'ਚ ਆਉਣਾ ਪਏਗਾ। ਜਿਸ ਦਿਨ ਸ਼ਰਨ 'ਚ ਆ ਜਾਏਗਾ ਫਿਰ ਤੇਰਾ ਮਨ ਵਸ 'ਚ ਆ ਜਾਏਗਾ। ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਉਸ ਮਾਲਕ ਵਾਹਿਗੁਰੂ ਦੀ ਕਿਰਪਾ ਹੋ ਜਾਏ ਫਿਰ ਮਨ ਵਸ ਆ ਜਾਏਗਾ। ਪਰ ਸ਼ਰਤ ਹੈ ਗੁਰੂ ਦੇ ਕੋਲ ਆਉਣਾ ਵੀ ਪਏਗਾ। ਪੂਰਨ ਕਿਰਪਾ ਲੈਣ ਵਾਸਤੇ ਸ਼ਰਨ 'ਚ ਆਉਣਾ ਪਏਗਾ, ਫਿਰ ਪੂਰਨ ਕਿਰਪਾ ਹੋ ਸਕਦੀ ਹੈ। ਸਤਿਗੁਰੂ ਨੂੰ ਵਾਰ-ਵਾਰ ਉਕਸਾਇਆ ਜਾਂਦਾ ਹੈ। ਮੈਦਾਨੇ ਜੰਗ ਦੇ ਅੰਦਰ ਪਹੁੰਚ ਕਰਕੇ ਵੀ ਹਰੀਚੰਦ ਰਾਜਾ, ਕਲਗੀਧਰ ਸਵਾਮੀ ਅੰਮ੍ਰਿਤ ਕੇ ਦਾਤੇ, ਦੀਨ ਦਿਆਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਕੇ ਕਹਿੰਦਾ ਹੈ ਲਲਕਾਰ ਕੇ, ਗੁਰੂ ਗੋਬਿੰਦ ਸਿੰਘ ਵਾਰ ਕਰ। ਸਤਿਗੁਰੂ ਕਹਿੰਦੇ ਦੇਖ ਭਲਿਆ, ਮੈਂ ਚੜ੍ਹਾਈ ਕਰਕੇ ਨਹੀਂ ਆਇਆ, ਮੈਂ ਤੇਰੇ ਨਾਲ ਲੜਨ ਥੋੜੀ ਨਾ ਆਇਆ ਸੀ। ਮੈਂ ਤਾਂ ਸਿਰਫ ਆਪਣੇ ਡਿਫੈਂਸ ਵਾਸਤੇ ਆਇਆ, ਤੂੰ ਹਮਲਾ ਕਰਨ ਵਾਸਤੇ, ਤੂੰ ਆਪਣੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ, ਰਾਜਿਆਂ ਨੂੰ ਨਾਲ ਲੈ ਕੇ ਇੱਥੇ ਆਇਆ। ਮੈਂ ਤੇਰੇ ਨਾਲ ਕੋਈ ਵੈਰ ਥੋੜੀ ਨਾ ਹੈ, ਮੈਂ ਹਮਲਾ ਕਿਉਂ ਕਰਾਂ। ਦੇਖ ਤੂੰ ਭੀਮ ਚੰਦ ਦੇ ਉਕਸਾਉਣ ਦੇ ਵਿੱਚ ਆ ਕੇ, ਬਾਕੀਆਂ ਦੇ ਕਹਿਣ ਦੇ ਵਿੱਚ ਆ ਕੇ ਤੇ ਹਮਲਾ ਕਰਨ ਆਇਆ ਮੇਰੇ ਉੱਤੇ। ਮੇਰਾ ਤੇ ਤੇਰੇ ਨਾਲ ਕੋਈ ਵੈਰ ਹੈ ਹੀ ਨਹੀਂ, ਤੇ ਜਦੋਂ ਤੱਕ ਤੇਰੇ ਨਾਲ ਮੇਰਾ ਕੋਈ ਵੈਰ ਹੀ ਨਹੀਂ, ਤੇਰੇ ਨਾਲ ਕੋਈ ਮਸਲਾ ਹੀ ਨਹੀਂ ਮੇਰਾ, ਮੈਂ ਤੇਰੇ ਉੱਤੇ ਵਾਰ ਕਿਉਂ ਕਰਾਂ। ਤੂੰ ਚੜ੍ਹਾਈ ਕਰਕੇ ਆਇਆ ਹੈ ਤੇ ਪਹਿਲਾ ਵਾਰ ਕਰਨ ਦਾ ਜਿਹੜਾ ਫਰਜ਼ ਹੈ ਨਾ ਉਹ ਤੇਰਾ ਬਣਦਾ ਹੈ। ਮਾਲਕ ਨੇ ਹਰੇਕ ਥਾਂ ਤੇ ਸਾਨੂੰ ਬੜਾ ਕੁਝ ਸਿਖਾਇਆ ਹੈ। ਸਾਡੀ ਅਣਗਹਿਲੀ ਇੰਨੀ ਕਿ ਵੀ ਅਸੀਂ ਕੁਝ ਵੀ ਨਹੀਂ ਸਿੱਖਿਆ। ਸਾਡਾ ਹਾਲ ਉਸ ਨਲਾਇਕ ਬੱਚੇ ਵਰਗਾ ਹੈ ਜਿਹਨੂੰ ਪੜ੍ਹਾਉਣ ਵਾਸਤੇ ਘਰਦਿਆਂ ਨੇ ਘਰੋਂ ਸਾਰਾ ਜ਼ੋਰ ਲਾ ਕੇ ਤਿਆਰੀ ਕਰਕੇ, ਬੈਗ ਪੈਕ ਕਰਕੇ, ਟਿਫਨ ਪਾ ਕੇ, ਸੋਹਣੇ ਕੱਪੜੇ ਯੂਨੀਫਾਰਮ ਪੂਰੀ ਪਾ ਕੇ ਫੇਰ ਭੇਜਿਆ। ਉੱਥੇ ਜਾ ਕੇ ਅਧਿਆਪਕਾਂ ਨੇ ਸਾਰਾ ਜ਼ੋਰ ਲਾਇਆ ਕਿ ਪੁੱਤ ਪੜ੍ਹ ਲੈ। ਨਾ ਉਹਨੇ ਉਹਨਾਂ ਦੀ ਪੜ੍ਹਾਉਣ ਵਾਲਿਆਂ ਦੀ ਕਦਰ ਪਾਈ ਤੇ ਨਾ ਜਿਨ੍ਹਾਂ ਨੇ ਘਰੋਂ ਭੇਜਿਆ ਉਹਨਾਂ ਦੀ ਕਦਰ ਪਾਈ। ਸਾਡੇ ਤੇ ਉਸ ਨਲਾਇਕ ਬੱਚੇ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਅਸੀਂ ਵੀ ਉਦਾਂ ਦੇ ਹੀ ਹਾਂ। ਬਸ ਹੈ ਵੀ ਸਾਨੂੰ ਇਹ ਤਾਂ ਲੱਗਦਾ ਵੀ ਅਸੀਂ ਸਿਆਣੇ ਆ, ਬੱਚੇ ਦੇ ਉੱਤੇ ਅਸੀਂ ਜ਼ੋਰ ਦਿਖਾ ਲੈਂਦੇ ਹਾਂ। ਤੇ ਅਸੀਂ ਉਹਦੇ ਨਾਲ ਆਪਣੀ ਕੰਪੈਰੀਜ਼ਨ ਕਰਕੇ ਦੇਖੀਏ ਨਾ ਤੇ ਸਾਡੇ ਤੇ ਉਸ ਨਲਾਇਕ ਬੱਚੇ 'ਚ ਕੋਈ ਬਹੁਤਾ ਫਰਕ ਨਹੀਂ ਹੈਗਾ। ਸਾਡੇ ਹਾਲ, ਸਾਡੇ ਲੱਛਣ ਵੀ ਉਦਾਂ ਦੇ ਹੀ ਆ ਉਹਦੇ ਵਰਗੇ। ਸਤਿਗੁਰੂ ਕਹਿੰਦੇ ਦੇਖ ਭਲਿਆ, ਮੇਰਾ ਤੇਰੇ ਨਾਲ ਕੋਈ ਵੈਰ ਨਹੀਂ ਹੈ। ਜੇ ਤੂੰ ਸੱਚਮੁੱਚ ਲੜਨ ਵਾਸਤੇ ਆਇਆ ਤੇ ਵਾਰ ਕਰ। ਹਰੀਚੰਦ ਕਹਿੰਦਾ ਠੀਕ ਹੈ, ਜੇ ਤੁਹਾਡੀ ਇਹੀ ਮਰਜ਼ੀ ਆ ਤੇ ਪਹਿਲਾ ਵਾਰ ਮੈਂ ਕਰਦਾ। ਪਹਿਲਾ ਵਾਰ ਕੀਤਾ, ਲਾਗੋਂ ਦੀ ਲੰਘ ਗਿਆ। ਹੁਣ ਆਪਣੇ ਆਪ ਦੇ ਵਿੱਚ ਹਰੀਚੰਦ ਰਾਜਾ ਜੇ ਸਤਿਗੁਰੂ ਕਲਗੀਧਰ ਸਵਾਮੀ ਦੇ ਸਾਹਮਣੇ ਆ ਕੇ ਖਲੋਤਾ ਹੈ ਨਾ ਤੇ ਉਹਨੂੰ ਆਪਣੇ ਉੱਤੇ ਇੰਨਾ ਮਾਣ ਹੈ ਵੀ ਮੈਂ ਇੰਨੇ ਯੋਗਾ ਹੈਗਾ, ਕਾਬਲ ਆ, ਤਾਂ ਖਲੋਤਾ ਹੈ। ਸਾਰਿਆਂ ਦੇ ਵਿੱਚੋਂ ਸ੍ਰੇਸ਼ਟ ਤੀਰਅੰਦਾਜ਼ ਹੈ। ਜਿੰਨੇ ਪਹਾੜੀ ਰਾਜੇ ਨੇ ਸਾਰਿਆਂ ਤੋਂ ਸ੍ਰੇਸ਼ਟ ਦਾ ਤੀਰਅੰਦਾਜ਼ ਹੈ। ਫਿਰ ਵੀ ਸਤਿਗੁਰੂ ਉਹਦੇ ਵਾਰ ਤੋਂ ਆਪਣੇ ਤੱਕ ਪਹੁੰਚਣ ਤੇ ਪਹਿਲਾਂ ਹੀ ਉਹਨਾਂ ਨੇ ਉਹਦਾ ਮੁਖ ਮੋੜ ਦਿੱਤਾ, ਰਸਤਾ ਮੋੜ ਦਿੱਤਾ। ਸਤਿਗੁਰੂ ਕਹਿੰਦੇ ਇੱਕ ਵਾਰ ਹੋਰ ਕਰ ਲੈ, ਇਹ ਤੇ ਖਾਲੀ ਲੰਘ ਗਿਆ ਹੈ, ਇੱਕ ਵਾਰ ਹੋਰ ਕਰ ਲੈ, ਤੈਨੂੰ ਫੇਰ ਇੱਕ ਵਾਰੀ ਦਿੱਤੀ ਜਾਂਦੀ ਹੈ। ਕੋਈ ਗੱਲ ਨਹੀਂ, ਮੇਰੇ ਲੱਗਾ ਨਹੀਂ ਤੇ ਮੇਰਾ ਤੇਰੇ ਨਾਲ ਕੋਈ ਮਸਲਾ ਹੀ ਨਹੀਂ ਬਣਦਾ, ਤੇ ਜਦੋਂ ਤੱਕ ਤੇਰੇ ਨਾਲ ਮਸਲਾ ਨਹੀਂ ਹੈ ਮੈਂ ਵਾਰ ਹੀ ਨਹੀਂ ਕਰਨਾ। ਇਹ ਸਾਡਾ ਸਿਸਟਮ ਹੀ ਇਦਾਂ ਦਾ ਹੈ। ਸਾਨੂੰ ਸਿਖਾਇਆ ਹੀ ਇਦਾਂ ਗਿਆ ਹੈ ਵੀ ਜਦੋਂ ਤੱਕ ਲੋੜ ਨਹੀਂ ਪੈਂਦੀ ਉਦੋਂ ਤੱਕ ਵਾਰ ਨਹੀਂ ਕਰਨਾ। ਇੱਥੇ ਤੇ ਉਦਣ ਹਮਲਾ ਕੀਤਾ ਜਾਂਦਾ ਹੈ ਜਿਸ ਦਿਨ ਚੂਕਾਰ ਅਜ਼ ਹਮਾ ਹੀਲਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ। ਜਿਸ ਦਿਨ ਸਾਰੇ ਹੀਲੇ ਖਤਮ ਹੋ ਜਾਣਗੇ ਨਾ ਫੇਰ ਤੇਰੇ ਉੱਤੇ ਵਾਰ ਕਰਾਂਗੇ, ਜਦੋਂ ਮੈਨੂੰ ਲੱਗੇਗਾ ਵੀ ਹੁਣ ਲੋੜ ਹੈਗੀ ਹੈ। ਦੂਜਾ ਵਾਰ ਕੀਤਾ, ਸਤਿਗੁਰੂ ਦੀ ਦਸਤਾਰ ਨੂੰ ਲੱਗ ਕੇ ਲੰਘ ਗਿਆ। ਵਾਰ ਕਿਹਦਾ ਲੰਘ ਰਿਹਾ ਹੈ? ਜਿਹੜਾ ਪਹਾੜੀ ਰਾਜਿਆਂ ਦਾ ਸ੍ਰੇਸ਼ਟ ਧਨੁਰਧਰ ਰਾਜਾ ਹੈ, ਸ੍ਰੇਸ਼ਟ ਤੀਰਅੰਦਾਜ਼ ਹੈ, ਉਹਦਾ ਵਾਰ ਲੰਘ ਰਿਹਾ। ਸਤਿਗੁਰੂ ਕਹਿੰਦੇ ਹਰੀਚੰਦ ਅਜੇ ਵੀ ਗੱਲ ਨਹੀਂ ਬਣੀ, ਇੱਕ ਵਾਰ ਹੋਰ ਕਰ ਲੈ। ਤੀਜਾ ਵਾਰ ਕੀਤਾ, ਸਤਿਗੁਰੂ ਦੇ ਕਮਰ ਕੱਸੇ ਨੂੰ ਲੱਗਾ।
ਜਦੋਂ ਕਮਰ ਕੱਸੇ ਨੂੰ ਲੱਗਾ, ਸਤਿਗੁਰੂ ਨੇ ਫੇਰ ਕਿਹਾ ਵੀ ਹਰੀ ਚੰਦ ਹੁਣ ਆ ਸੰਭਾਲ ਫਿਰ, ਤੂੰ ਕਰ ਲਿਆ ਹੈ ਨਾ, ਹੁਣ ਫਿਰ ਆ ਸਾਡਾ ਵਾਰ ਸੰਭਾਲ। ਮਾਲਕ ਨੇ ਜਦੋਂ ਤੀਰ ਛੱਡਿਆ, ਇੱਕੋ ਹੀ ਤੀਰ ਦੇ ਨਾਲ ਹਰੀ ਚੰਦ ਰਾਜਾ ਘੋੜੇ ਤੋਂ ਥੱਲੇ ਆ ਗਿਆ। ਇੱਥੇ ਵੈਰ ਨਹੀਂ ਹੈ ਕਿਸੇ ਦੇ ਨਾਲ, ਸਾਨੂੰ ਸਿਖਾਇਆ ਹੀ ਜਾਂਦਾ ਹੈ। ਇੱਥੇ ਸੁਭਾਅ ਇਦਾਂ ਦਾ ਹੈ। ਮਾਲਕ ਨੇ ਉਦਾਹਰਨ ਦਿੱਤੀ, ਕਬੀਰ ਸਾਹਿਬ ਕਹਿੰਦੇ ਨੇ, ਦੇਖ ਸੰਸਾਰ ਦੇ ਅੰਦਰ ਕਦੇ ਚੰਦਨ ਦੇ ਰੁੱਖ ਨੂੰ ਵੇਖਣ ਦਾ ਸਬੱਬ ਬਣੇ ਨਾ, ਉੱਥੇ ਜਾ ਕੇ ਦੇਖੀ ਬੜੇ ਸੱਪ ਉਹਦੇ ਨਾਲ ਲੱਗੇ ਹੁੰਦੇ ਨੇ। ਚੰਦਨ ਦੇ ਰੁੱਖ ਦੇ ਆਲੇ ਦੁਆਲੇ ਬੜੇ ਸੱਪ ਹੁੰਦੇ ਨੇ, ਪਰ ਖਾਸੀਅਤ ਹੈ ਚੰਦਨ ਦੇ ਰੁੱਖ ਦੀ, ਕਿੰਨਾ ਜ਼ਹਿਰ ਹੈ ਉਹਨਾਂ ਸੱਪਾਂ ਦੇ ਅੰਦਰ। ਚੰਦਨ ਦਾ ਰੁੱਖ ਕਦੇ ਵੀ ਉਹਨਾਂ ਦੇ ਪ੍ਰਭਾਵ ਨੂੰ ਕਬੂਲ ਕਰਦਾ ਹੀ ਨਹੀਂ ਹੈ, ਕਦੇ ਵੀ ਉਹ ਜ਼ਹਿਰੀਲਾ ਨਹੀਂ ਹੁੰਦਾ, ਕਦੇ ਆਪਣੀ ਠੰਡਕ ਨਹੀਂ ਛੱਡਦਾ। ਮੱਲੇ ਆਕਰ ਭਯੰਗਮ ਬੇਟਿਓ ਤਾਂ ਸੀਤਲਤਾ ਨਾ ਤਜੰਤ, ਉਹਨੇ ਆਪਣੀ ਸੀਤਲਤਾ ਨਹੀਂ ਛੱਡੀ, ਉਹਨੇ ਆਪਣਾ ਸੁਭਾਅ ਨਹੀਂ ਛੱਡਿਆ। ਸਤਿਗੁਰੂ ਕਹਿੰਦੇ ਬਸ ਇਦਾਂ ਆਪਣਾ ਸੁਭਾਅ ਨਹੀਂ ਛੱਡਣਾ। ਜਦੋਂ ਅੱਤ ਹੋ ਜਾਏ, ਜਦੋਂ ਸਮਾਂ ਲੰਘ ਜਾਵੇ ਸਿਰ ਤੋਂ, ਉਦੋਂ ਆਪਣਾ ਸੁਭਾਅ ਈਰਖਾ ਕਰਕੇ ਨਹੀਂ, ਵੈਰ ਕਰਕੇ ਨਹੀਂ। ਫਿਰ ਵੀ ਇੱਥੇ ਇਹ ਸਿਖਾਇਆ ਹੀ ਨਹੀਂ ਸਾਨੂੰ ਸਤਿਗੁਰੂ ਨੇ। ਜੇ ਈਰਖਾ ਜਾਂ ਵੈਰ ਹੁੰਦਾ ਨਾ ਕਿਸੇ ਦੇ ਨਾਲ, ਜੇ ਇਹ ਭਾਵਨਾ ਹੁੰਦੀ ਸਾਡੇ ਅੰਦਰ, ਤੇ ਕਦੇ ਵੀ ਇਦਾਂ ਨਾ ਹੁੰਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਵਾਉਣ ਵਾਲਾ ਜਹਾਂਗੀਰ, ਉਹਨੂੰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਨਾਲ ਪ੍ਰਚਾਰ ਫੇਰੀਆਂ ਦੇ ਉੱਤੇ ਲੈ ਕੇ ਜਾਂਦੇ। ਇੱਥੇ ਈਰਖਾ ਨਹੀਂ ਹੈ, ਇੱਥੇ ਕਿਸੇ ਦੇ ਨਾਲ ਵੈਰ ਨਹੀਂ ਹੈ। ਜਦੋਂ ਸਿਰ ਤੋਂ ਪਾਣੀ ਲੰਘੇਗਾ ਫਿਰ ਜਵਾਬ ਦੇਣਾ ਬਣਦਾ ਹੈ। ਫਿਰ ਸਤਿਗੁਰੂ ਸਿਖਾਉਂਦੇ ਨੇ, ਪੈ ਕਾਹੂ ਕਾ ਦੇ ਤਨਹਿ ਨਹਿ ਪੈ ਮਾਨ ਧਾਨ। ਇਤਿਹਾਸ ਗਵਾਹ ਹੈ। ਮਾਲਕ ਕਹਿੰਦੇ ਇਦਾਂ ਆਪਣਾ ਸੁਭਾਅ ਬਦਲਣਾ ਨਹੀਂ ਹੈ, ਪਰ ਜਿਸ ਦਿਨ ਲੋੜ ਪੈ ਜਾਏ, ਮਾਲਕ ਦਾ ਪਾਵਨ ਬਚਨ ਅਸੀਂ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ ਨੇ ਪਾਵਨ ਬਾਣੀ ਦੇ ਅੰਦਰ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਿਖਾਇਆ ਹੈ। ਸਤਿਗੁਰੂ ਕਹਿੰਦੇ ਦੇਖ ਸੰਸਾਰ ਦਾ ਇਤਿਹਾਸ ਜੋ ਕਿ ਦੇਖੀ, ਇੱਕ ਖਾਸੀਅਤ ਤੈਨੂੰ ਮਿਲੇਗੀ। ਜਿਸ ਕਿਸੇ ਨੂੰ ਸਰਦਾਰੀ ਮਿਲੀ ਹੈ, ਜਿਸ ਕਿਸੇ ਨੂੰ ਤਾਕਤ ਮਿਲੀ ਹੈ, ਤਾਕਤ ਮਿਲਣ ਤੋਂ ਬਾਅਦ ਜੇ ਉਹਦੀ ਮੱਤ ਆਪਣੀ ਜਗ੍ਹਾ ਤੋਂ ਹਿੱਲ ਗਈ ਹੈ ਨਾ, ਭਾਵੇਂ ਕਾਰਨ ਕੋਈ ਹੋਵੇ, ਕਿਸੇ ਦੇ ਕਹਿਣ ਦੇ ਉੱਤੇ ਹਿੱਲ ਗਈ ਹੋਵੇ, ਜਾਂ ਆਪਣੇ ਹੰਕਾਰ ਦੇ ਕਰਕੇ ਹਿੱਲ ਗਈ ਹੋਵੇ, ਆਪਣੀ ਈਰਖਾ ਦੇ ਕਰਕੇ ਹਿੱਲ ਗਈ ਹੋਵੇ, ਤੇ ਉਹਦਾ ਹਾਲ ਅੰਜਾਮ ਬੜਾ ਮਾੜਾ ਹੁੰਦਾ ਹੈ। ਉਹ ਕਰਨ ਵਾਲਾ ਕੋਈ ਹੋਰ ਨਹੀਂ ਹੁੰਦਾ। ਜਿਸ ਸਿੱਖਦਾਰੀ ਤਿਸੈ ਖੁਆਰੀ ਚਾਕਰ ਕੇ ਹੇੜਨਾ। ਉਹਦੀ ਇੱਕ ਖਾਸੀਅਤ ਇਹ ਹੁੰਦੀ ਵੀ ਉਹਦੇ ਜਿਹੜੇ ਨਾਲ ਅਹਿਲਕਾਰ ਹੁੰਦੇ ਨਾ, ਸੰਸਾਰ ਉਹਨਾਂ ਤੋਂ ਡਰਦਾ ਹੈ, ਪਰ ਅਹਿਲਕਾਰਾਂ ਨੂੰ ਉਹਦੇ ਤੋਂ ਕੋਈ ਡਰ ਨਹੀਂ ਹੈ। ਪਰ ਜਿਸ ਦਿਨ ਉਹਦਾ ਸਮਾਂ ਨੇੜੇ ਆਉਂਦਾ ਹੈ, ਫਿਰ ਮੌਤ ਦਾ ਕਾਰਨ ਵੀ ਉਹੀ ਅਹਿਲਕਾਰ ਬਣਦੇ ਨੇ। ਜਾਂ ਸਿੱਖਦਾਰ ਹੈ ਪਵੈ ਜੰਜੀਰੀ ਤਾਂ ਚਾਕਰ ਹੱਥੋਂ ਮਰਨ, ਚਾਕਰ ਦੇ ਹੱਥੋਂ ਹੀ ਮਰਦੇ ਆ। ਔਰ ਇਤਿਹਾਸ ਦੇ ਅੰਦਰ ਅਸੀਂ ਪੜ੍ਹ ਕੇ ਦੇਖੀਏ, ਫਰਕਸ਼ੀਅਰ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਦਾ ਹੈ, ਉਹਦੇ ਮਰਨ ਦਾ ਕਾਰਨ ਵੀ ਇਹੀ ਹੈ। ਉਹਦੇ ਨਾਲ ਰਹਿਣ ਵਾਲੇ ਜਿਹੜੇ ਬੜੇ ਵਫਾਦਾਰ ਨੇ, ਉਹਦੇ ਪਰਿਵਾਰ ਦੇ ਵਿੱਚੋਂ, ਉਹਦੇ ਕਬੀਲੇ ਦੇ ਵਿੱਚੋਂ ਸੈਯਦ ਭਰਾ ਉਹਨੂੰ ਅੰਤ ਦੇ ਵਿੱਚ ਮਾਰਦੇ ਨੇ। ਕੋਈ ਬਾਹਰ ਵਾਲਾ ਨਹੀਂ ਸੀ ਮਾਰਨ ਵਾਲਾ, ਬੜੀ ਤਾਕਤਵਰ ਸੀ, ਉਹਦੇ ਅੰਦਰ ਬੜਾ ਤਾਕਤ ਸੀ, ਪਰ ਮਾਰਨ ਵਾਲੇ ਕੌਣ ਨੇ? ਉਹਦੇ ਆਪਣੇ, ਕਿਉਂਕਿ ਉਹਨੇ ਹੱਦ ਕਰ ਦਿੱਤੀ। ਜਦੋਂ ਜ਼ੁਲਮ ਦੀ ਇੰਤਹਾ ਹੋ ਗਈ ਤੇ ਉਹਦੇ ਆਪਣੇ ਸੈਯਦ ਭਰਾਵਾਂ ਨੇ ਮਾਰਿਆ, ਉਹਦੀਆਂ ਅੱਖਾਂ ਕੱਢ ਕੇ ਉਹਦੇ ਵਿੱਚ ਸੁੱਟ ਦਿੱਤਾ ਗਿਆ, ਫਿਰ ਉਹਦਾ ਉੱਥੇ ਕਤਲ ਕੀਤਾ ਗਿਆ। ਇਹ ਤਰੀਕਾ ਸੀ ਉਹਦੇ ਮਰਨ ਦਾ। ਨਾਦਰ ਸ਼ਾਹ ਦਾ ਇਤਿਹਾਸ ਪੜ੍ਹ ਕੇ ਦੇਖੀਏ, ਇਹਨਾਂ ਕੋ ਨੇ ਹਿੰਦੁਸਤਾਨ ਨੂੰ ਲੁੱਟਿਆ ਹੈ, ਸਾਰਾ ਜ਼ੋਰ ਲਾ ਕੇ ਉਹਨੇ ਕਸਰ ਨਹੀਂ ਕੋਈ ਛੱਡੀ ਵੀ ਜਿਹੜਾ ਹਿੰਦੁਸਤਾਨ ਨੂੰ ਲੁੱਟਦਾ ਨਾ। ਹਿੰਦੁਸਤਾਨ ਨੂੰ ਲੁੱਟ ਕੇ ਜਿਸ ਦਿਨ ਪੰਜਾਬ ਦੇ ਵਿੱਚੋਂ ਲੰਘਦਾ ਹੈ ਤੇ ਉੱਥੇ ਅਣਖੀਲੇ ਸੂਰਮੇ ਉਹਨੂੰ ਲੁੱਟਦੇ ਨੇ, ਉਹਦੇ ਕੋਲੋਂ ਧੀਆਂ ਨੂੰ ਬਚਾਉਂਦੇ ਨੇ। ਔਰ ਫਿਰ ਉਹਦੇ ਮਰਨ ਦਾ ਕਾਰਨ ਦੇਖਿਆ ਜੇ, ਉਹਦੇ ਮਰਨ ਦਾ ਕਾਰਨ ਵੀ ਉਹਦੇ ਆਪਣੇ ਨੌਕਰ ਨੇ, ਦੂਜਾ ਨਹੀਂ ਮਾਰਦਾ ਉਹਨੂੰ ਕੋਈ। ਕਿ ਸਤਿਗੁਰੂ ਕਹਿੰਦੇ ਉਹਦੇ ਨੌਕਰਾਂ ਨੂੰ ਤੇ ਉਹਦੇ ਤੋਂ ਕੋਈ ਡਰ ਨਹੀਂ ਹੈ ਨਾ। ਸੰਸਾਰ ਜ਼ਰੂਰ ਡਰਦਾ ਹੈ, ਸੰਸਾਰ ਦੌੜਦਾ ਹੈ। ਚੰਗੇ ਚੰਗੇ ਰਾਜੇ, ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਜਿਸ ਦਿਨ ਨਾਦਰ ਸ਼ਾਹ ਆਉਂਦਾ ਹੈ, ਉਹਨੂੰ ਇੱਕ ਸ਼ਰਤ ਉਹਦੇ ਸਾਹਮਣੇ ਇੱਕ ਪੇਸ਼ਕਸ਼ ਰੱਖਦਾ ਹੈ ਕਿ ਨਾਦਰ ਸ਼ਾਹ ਤੂੰ ਦਿੱਲੀ ਦੇ ਉੱਤੇ ਹਮਲਾ ਨਾ ਕਰ, ਤੇ ਤੈਨੂੰ ਬਦਲੇ ਦੇ ਵਿੱਚ ਮੈਂ ਆਪਣੀ ਧੀ ਦਾ ਡੋਲਾ ਦੇ ਦਿੰਦਾ। ਮੁਹੰਮਦ ਸ਼ਾਹ ਰੰਗੀਲਾ ਨੂੰ ਆਪਣੀ ਧੀ ਦਾ ਡੋਲਾ ਦੇ ਦਿੰਦਾ ਹੈ।
ਬਸ ਸ਼ਰਤ ਕੀ ਹੈ, ਤੂੰ ਮੇਰਾ ਰਾਜ ਭਾਗ ਨਹੀਂ ਲਏਗਾ, ਤੂੰ ਮੇਰੀ ਧੀ ਦਾ ਡੋਲਾ ਲੈ ਜਾ, ਤੈਨੂੰ ਮੈਂ ਟੈਕਸ ਦਿੰਦਾ ਰਵਾਂਗਾ, ਜੋ ਮੰਗੇਗਾ ਤੈਨੂੰ ਮਿਲਦਾ ਰਹੇਗਾ। ਇਹ ਦਿੱਲੀ ਦਾ ਤਖਤ ਸ਼ੁਰੂਆਤ ਤੋਂ ਕਿਵੇਂ ਦਾ ਹੈ? ਜਦੋਂ ਇਹਨਾਂ ਦੇ ਕੋਲ, ਦਿੱਲੀ ਦੇ ਤਖਤ ਦੇ ਕੋਲ ਤਾਕਤ ਆਉਂਦੀ ਹੈ, ਇਹ ਦੂਜਿਆਂ ਦੇ ਉੱਤੇ ਧੱਕਾ ਕਰਦੇ ਨੇ ਜਿਹੜੇ ਨੀਵੇਂ ਨੇ। ਜਿਨ੍ਹਾਂ ਦੇ ਕੋਲ ਤਾਕਤ ਘੱਟ ਹੈ, ਜ਼ੁਲਮ ਕਰਦੇ ਨੇ। ਭਾਵੇਂ ਇੱਥੇ ਔਰੰਗਜ਼ੇਬ ਬੈਠਦਾ ਹੋਵੇ, ਭਾਵੇਂ ਇੱਥੇ ਫਰਖਸ਼ੀਅਰ ਬੈਠਦਾ ਹੋਵੇ, ਭਾਵੇਂ ਇੱਥੇ ਮੁਹੰਮਦ ਸ਼ਾਹ ਰੰਗੀਲਾ ਬੈਠਦਾ ਹੋਵੇ, ਇੱਥੇ ਕੋਈ ਵੀ ਬੈਠੇ, ਉਹਦੇ ਸੁਭਾਅ ਦੇ ਵਿੱਚ ਹੈ ਇਹ ਤਖਤ ਹੀ ਇਦਾਂ ਦਾ ਹੈ। ਇਸੇ ਤਖਤ ਦੇ ਉੱਤੇ ਤਾਂ ਹੀ ਤਾਂ ਗੁਰੂ ਕੇ ਪਿਆਰ ਵਾਲਿਆਂ ਨੇ ਹਮੇਸ਼ਾ ਇਹ ਗੱਲ ਕਹੀ ਸੀ, ਜਿਸ ਦਿਨ ਸਰਦਾਰ ਬਘੇਲ ਸਿੰਘ ਇਸ ਤਖਤ ਨੂੰ ਜਿੱਤਦਾ ਹੈ, ਕਈ ਵਾਰ ਜਿੱਤਦਾ ਹੈ, ਫਿਰ ਇੱਕੋ ਹੀ ਗੱਲ ਕਹਿੰਦਾ ਹੈ, ਦਿੱਲੀ ਮਾਰੀ ਬਿੱਲੀ ਮਾਰੀ ਇੱਕੋ ਹੀ ਬਰਾਬਰ ਹੈ। ਪਰ ਇਸ ਤਖਤ ਦੇ ਉੱਤੇ ਬਹੁਤਾ ਸਮਾਂ ਬੈਠਦਾ ਨਹੀਂ ਹੈ, ਕਿਉਂਕਿ ਇਹ ਤਖਤ ਦੇ ਇਹਦੇ ਉੱਤੇ ਜਿਸ ਦਿਨ ਮਨੁੱਖ ਬੈਠਦਾ ਹੈ, ਪਤਾ ਨਹੀਂ ਸੁਰਤ ਦੇ ਅੰਦਰ ਕੀ ਭਾਵਨਾ ਹੈ ਕਿ ਇੱਥੇ ਬੈਠਣ ਵਾਲਿਆਂ ਨੇ ਇੰਨਾ ਕੁ ਜ਼ੁਲਮ ਕੀਤਾ ਹੈ, ਜਿਹੜਾ ਵੀ ਇੱਥੇ ਬੈਠਦਾ ਹੈ ਉਹਦੇ ਅੰਦਰ ਉਹ ਭਾਵਨਾ ਆਪਣੇ ਆਪ ਆਉਣੀ ਸ਼ੁਰੂ ਹੋ ਜਾਂਦੀ ਹੈ। ਇਤਿਹਾਸ ਗਵਾਹ ਹੈ, ਇਸ ਤਖਤ ਦੇ ਉੱਤੇ ਜਿੰਨੇ ਵੀ ਅੱਜ ਤੱਕ ਬੈਠੇ ਨੇ, ਸਾਰਿਆਂ ਨੇ ਹੱਦੋਂ ਵੱਧ ਜ਼ੁਲਮ ਕੀਤਾ ਹੈ, ਤੇ ਜਿਹੜਾ ਵੀ ਬੈਠਿਆ ਹੈ ਉਹ ਜ਼ੁਲਮ ਕਰਨ ਵਾਸਤੇ ਬੈਠਾ, ਤੇ ਜਾਂ ਸਮੇਂ ਬਾਅਦ ਉਹਨੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਨੇ ਵੀ ਕੀਤਾ ਹੋਵੇ, ਅੱਜ ਦਾ ਦਿਨ ਵੀ ਐਸੇ ਹੀ ਇੱਕ ਸਿਕਦਾਰ ਦੇ ਅੰਤ ਦਾ ਕਾਰਨ ਬਣਿਆ। ਅੰਤ ਦਾ ਕਾਰਨ ਕੋਈ ਨਹੀਂ ਸੀ, ਕਿਸੇ ਦੇ ਕਰਕੇ ਨਹੀਂ, ਨਾ ਉਹਦੇ ਨਾਲ ਕਿਸੇ ਨੂੰ ਈਰਖਾ ਸੀ, ਨਾ ਉਹਦੇ ਨਾਲ ਕਿਸੇ ਨੂੰ ਵੈਰ ਸੀ। ਬਸ ਮਸਲਾ ਇਹ ਸੀ ਵੀ ਜੇ ਤੂੰ ਆਪਣੀ ਹੋਮੇ ਦੇ ਵਿੱਚ ਹੈ ਨਾ, ਜੇ ਤੈਨੂੰ ਲੱਗਦਾ ਹੈ ਵੀ ਮੈਂ ਹੀ ਸਾਰਾ ਕੁਝ ਆ, ਫਿਰ ਤੇ ਤੇਰਾ ਅੰਤ ਇਹ ਆਉਣਾ ਹੀ ਹੈ। ਫਿਰ ਤੇ ਜਿਸ ਦਿਨ ਤੂੰ ਮੱਥਾ ਲਾਏਂਗੀ ਸੱਚ ਦੇ ਨਾਲ, ਉਸ ਅਕਾਲ ਦੇ ਤਖਤ ਦੇ ਨਾਲ ਮੱਥਾ ਲਾਉਣ ਵਾਲਾ, ਇਤਿਹਾਸ ਗਵਾਹ ਹੈ, ਅੱਜ ਤੱਕ ਕੋਈ ਬਚਿਆ ਨਹੀਂ ਹੈ। ਜਿਨੇ ਵੀ ਉਸ ਤਖਤ ਦੇ ਨਾਲ ਮੱਥਾ ਲਾਇਆ ਹੈ, ਭਾਵੇਂ ਕਿਹੜਾ ਆਇਆ ਹੋਵੇ ਇੱਥੇ, ਕਿੰਨਿਆਂ ਨੇ ਆ ਕੇ ਕਿਹਾ, ਭਾਵੇਂ ਉਹ ਮੱਸਾ ਰੰਗੜ ਹੋਵੇ, ਭਾਵੇਂ ਕੋਈ ਦੂਜਾ ਤੀਜਾ ਅਬਦਾਲੀ ਵਰਗਾ ਆ ਕੇ ਕਵੇ ਵੀ ਅਸੀਂ ਬੜੇ ਤਾਕਤਵਰ ਆ, ਅਸੀਂ ਇਸ ਤਖਤ ਨੂੰ ਢਾ ਦੇਵਾਂਗੇ ਤੇ ਤਖਤ ਦੀ ਹੋਂਦ ਖਤਮ ਹੋ ਜਾਏਗੀ। ਇਹ ਤਾਂ ਕਦੇ ਵੀ ਨਹੀਂ ਹੋਇਆ। ਇਹ ਤਖਤ ਅਕਾਲ ਦਾ ਹੈ, ਇਹ ਉਦਾਂ ਹੀ ਰਹਿੰਦਾ ਹੈ। ਇਹ ਜਿੱਦਾਂ ਹੈਗਾ ਸੀ ਅੱਜ ਵੀ ਉਨੀਆਂ ਬੁਲੰਦੀਆਂ ਦੇ ਉੱਤੇ ਆ। ਹਾਂ, ਸਮੇਂ ਦੇ ਨਾਲ ਇੱਥੇ ਬੈਠਣ ਵਾਲੇ ਗਲਤ ਹੋ ਸਕਦੇ ਨੇ, ਪਰ ਇਹ ਤਖਤ ਹੈ ਅਕਾਲ ਦਾ, ਇਹਨੂੰ ਨਹੀਂ ਕੋਈ ਗਲਤ ਕਰ ਸਕਦਾ, ਇਹਨੂੰ ਗਲਤ ਸਾਬਿਤ ਨਹੀਂ ਕਰ ਸਕਦਾ, ਇਹਦੀ ਵਿਚਾਰਧਾਰਾ ਨੂੰ ਕੋਈ ਗਲਤ ਸਾਬਿਤ ਨਹੀਂ ਕਰ ਸਕਦਾ। ਕੋਈ ਏਦਾਂ ਆ ਕੇ ਨਹੀਂ ਕਹਿ ਸਕਦਾ ਵੀ ਇਸ ਤਖਤ ਨੂੰ ਮੈਂ ਖਤਮ ਕਰ ਦੇਵਾਂ। ਹਾਂ, ਸਮੇਂ ਦੇ ਨਾਲ ਕਈ ਵਾਰ ਹੋ ਜਾਂਦਾ ਹੈ। ਅੱਜ ਸਾਡੇ ਮਨਾਂ ਦੇ ਅੰਦਰੋਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਬੜਾ ਨਾ ਮਨ ਦੇ ਅੰਦਰ ਇੱਕ ਲੱਗ ਰਿਹਾ ਹੈ ਸਾਰਿਆਂ ਨੂੰ ਵੀ ਜੀ ਇਹਦੀ ਅੱਜ ਅਹਿਮੀਅਤ ਨਹੀਂ ਹੈਗੀ, ਇਹਦੀ ਕੋਈ ਹੋਂਦ ਬਹੁਤੀ ਲੋੜ ਨਹੀਂ ਹੈ। ਪਰ ਇਹ ਸਾਡੇ ਖਿਆਲਾਂ ਦੇ ਅੰਦਰ ਇਦਾਂ ਦੀਆਂ ਭਾਵਨਾਵਾਂ ਪਹਿਲੀ ਵਾਰ ਨਹੀਂ ਹੈ, ਇਹ ਪਹਿਲੋਂ ਵੀ ਆਈਆਂ। ਜਦੋਂ ਅਰੂੜ ਸਿੰਘ ਵਰਗੇ ਇੱਥੇ ਸਰਬਰਾਹ ਸਨ, ਉਹਨਾਂ ਨੇ ਵੀ ਇਦਾਂ ਦੀਆਂ ਗਲਤੀਆਂ ਕੀਤੀਆਂ, ਪਰ ਕਿਸੇ ਇੱਕ ਦੇ ਗਲਤ ਹੋਣ ਦੇ ਕਰਕੇ ਅਸੀਂ ਉਹ ਸਾਰਾ ਸਿਸਟਮ ਨਹੀਂ ਢਾ ਦਿੰਦੇ। ਸਾਨੂੰ ਇਦਾਂ ਲੱਗਦਾ ਹੈ, ਮੰਨ ਲਓ ਅਸੀਂ ਇੱਥੇ ਸੇਵਾ ਕਰਨ ਵਾਲੇ ਜਿੰਨੇ ਗ੍ਰੰਥੀ ਆ, ਅਸੀਂ ਇੱਥੇ ਕੁਝ ਗਲਤ ਕਰਨ ਲੱਗ ਜਾਈਏ, ਫਿਰ ਇਹਦਾ ਹੱਲ ਇਹ ਤਾਂ ਨਹੀਂ ਹੋਵੇਗਾ ਨਾ ਵੀ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਜਾਵੇ। ਇਹਦਾ ਹੱਲ ਇਹ ਨਹੀਂ ਨਾ ਕੱਢਿਆ ਜਾ ਸਕਦਾ। ਇਹਦਾ ਹੱਲ ਇਹ ਆ ਵੀ ਜਿਹੜਾ ਗਲਤ ਕਰ ਰਿਹਾ ਨਾ, ਉਹਨੂੰ ਘਰ ਨੂੰ ਤੋੜ ਦਿੱਤਾ ਜਾਵੇ, ਨਾ ਕਿ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਜਾਵੇ। ਸਾਡੇ ਖਿਆਲਾਂ ਦੇ ਅੰਦਰ ਉਹ ਚਾਹੁੰਦੇ ਸਨ ਵੀ ਇਹਨਾਂ ਨੂੰ ਪਤਾ ਸੀ ਖਤਮ ਕਰਨਾ ਹੈ ਨਾ ਇਸ ਤਖਤ ਨੂੰ, ਤੇ ਢਾਹ ਕੇ ਨਹੀਂ ਖਤਮ ਕਰ ਸਕਦੇ। ਬੜਿਆਂ ਨੇ ਜ਼ੋਰ ਲਾ ਲਿਆ ਢਾਉਣ ਦਾ, ਢਾਉਣ ਵਾਲੇ ਨਹੀਂ ਖਤਮ ਕਰ ਸਕੇ। ਇਹਨੂੰ ਜੇ ਖਤਮ ਕਰਨਾ ਹੈ ਤੇ ਇਹਨਾਂ ਦੇ ਦਿਮਾਗ ਦੇ ਅੰਦਰੋਂ ਖਤਮ ਕਰ ਦਿਓ। ਇਹੀ ਇੱਕ ਤਰੀਕਾ ਹੈ ਖਤਮ ਕਰਨ ਦਾ। ਜਿਸ ਦਿਨ ਇਹਨਾਂ ਦੇ ਦਿਮਾਗ ਦੇ ਅੰਦਰੋਂ ਖਤਮ ਹੋ ਗਿਆ, ਉਸ ਦਿਨ ਲੋੜ ਹੀ ਨਹੀਂ ਪੈਣੀ ਢਾਉਣ ਦੀ। ਫਿਰ ਸੱਚਮੁੱਚ ਹੀ ਇਹ ਬਿਲਡਿੰਗ ਬਣ ਜਾਣੀ ਹੈ, ਫਿਰ ਤਖਤ ਨਹੀਂ ਰਹਿਣਾ ਹੈ, ਫਿਰ ਇਹਨਾਂ ਨੇ ਮੰਨਣਾ ਹੀ ਨਹੀਂ ਹੈ ਇਹਨੂੰ ਕੁਝ ਵੀ। ਅਸੀਂ ਮੰਨ ਕੇ ਰਾਜੀ ਨਹੀਂ ਆ। ਬੜੇ ਬੜੇ ਦਾਅਵੇ ਕਰਨ ਵਾਲੇ, ਆਪਣੇ ਆਪ ਨੂੰ ਵੱਡੇ ਅਖਵਾਉਣ ਵਾਲੇ, ਬੜੇ ਧਰਮੀ ਅਖਵਾਉਣ ਵਾਲੇ, ਜਿਸ ਦਿਨ ਗੱਲ ਆਉਂਦੀ ਹੈ ਅਕਾਲ ਤਖਤ ਦੀ, ਅਸੀਂ ਜੀ ਅਕਾਲ ਤਖਤ ਨੂੰ ਮੰਨਦੇ ਆ, ਪਰ ਉਹਦੇ ਸਿਧਾਂਤਾਂ ਨੂੰ ਨਾ ਜੀ ਅਸੀਂ ਨਹੀਂ ਮੰਨਦੇ। ਸਿਧਾਂਤ ਅਸੀਂ ਆਪਣੇ ਵਾਲੇ ਮੰਨਦੇ ਆ। ਸਿਧਾਂਤ ਤੇ ਫਿਰ ਉਹੀ ਹੈ ਨਾ ਜਿਹੜਾ ਤਖਤ ਦਾ ਹੈ। ਜੇ ਕੋਈ ਕਵੇ ਵੀ ਅਸੀਂ ਜੀ ਸੁਪਰੀਮ ਕੋਰਟ ਨੂੰ ਮੰਨਦੇ ਆ, ਬੜਾ ਸਤਿਕਾਰ ਕਰਦੇ ਆ, ਪਰ ਉਹਦਾ ਕੋਈ ਨਿਯਮ, ਉਹਦਾ ਕੋਈ ਲਾਅ, ਉਹਦਾ ਕਾਨੂੰਨ ਕੋਈ ਮੰਨਦੇ ਹੀ ਨਹੀਂ, ਫਿਰ ਇਹ ਤੇ ਤਰੀਕਾ ਗਲਤ ਹੈ ਨਾ। ਇਹ ਤਰੀਕਾ ਗਲਤ ਹੋ ਜਾਏਗਾ। ਜਿਸ ਦਿਨ ਅਸੀਂ ਅਕਾਲ ਤਖਤ ਦੇ ਹੇਠਾਂ ਆ ਜਾਵਾਂਗੇ ਨਾ,
ਫੇਰ ਸਾਨੂੰ ਕੋਈ ਖਤਮ ਨਹੀਂ ਕਰ ਸਕਦਾ। ਸਾਡੀ ਸੁਰਤ ਦੇ ਅੰਦਰੋਂ ਜਿਸ ਦਿਨ ਤੱਕ ਇਹ ਭਾਵਨਾ ਬਣੀ ਰਹੇਗੀ ਨਾ ਵੀ ਉਹ ਸੁਪਰੀਮ ਹੈ, ਉਹਦੇ ਹੁਕਮ ਨੂੰ ਮੰਨਣਾ ਹੈ ਤੇ ਉਹਦੇ ਨਾਲ ਹੀ ਸਾਡੀ ਹੋਂਦ ਹੈ, ਉਹਦੇ ਤੋਂ ਬਿਨਾਂ ਸਾਡੀ ਕੋਈ ਹੋਂਦ ਨਹੀਂ ਹੈਗੀ। ਸਾਡੇ ਕੋਲ ਇਹੀ ਚੀਜ਼ਾਂ ਨੇ। ਕਈ ਵਾਰੀ ਕਿਹਾ ਜਾਂਦਾ ਹੈ ਸਿਆਸੀ ਗੱਲਾਂ ਨਹੀਂ ਕਰਨੀਆਂ ਗੁਰੂ ਘਰ ਦੇ ਅੰਦਰ, ਪਰ ਜਿਸ ਦਿਨ ਬਾਣੀ ਨੂੰ ਪੜਾਂਗੇ ਫਿਰ ਕੀ ਕਵਾਂਗੇ? ਜਿਸ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਇਹ ਸ਼ਬਦ ਪੜਾਂਗੇ ਜਿਹੜਾ ਮਾਲਕ ਨੇ ਸਾਨੂੰ ਬਖਸ਼ਿਆ ਹੈ ਤੇ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ, ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨੰਦਾ ਪਾਏ ਨ ਘਾਓ। ਜਿਸ ਦਿਨ ਇਹ ਸ਼ਬਦ ਪੜਾਂਗੇ ਫਿਰ ਕੀ ਕਰਾਂਗੇ? ਇੱਥੇ ਤੇ ਰਾਜਨੀਤੀ ਦੀਆਂ ਗੱਲਾਂ ਨੇ ਨਾ ਸਾਰੀਆਂ, ਇੱਥੇ ਸਾਰੀ ਰਾਜਨੀਤੀ ਹੈ। ਰਾਜਨੀਤੀ ਹੈ ਨਾ ਜਿਸ ਦਿਨ ਸਤਿਗੁਰੂ ਆ ਕੇ ਸੁਚੇਤ ਕਰਦੇ ਨੇ। ਬਾਬਰ ਦੀ ਗੱਲ ਕਰਦਿਆਂ ਹੋਇਆ ਸਤਿਗੁਰੂ ਕਹਿੰਦੇ ਨੇ ਆ ਦੇਖੋ ਬਈ ਬਾਬਰ ਆ ਰਿਹਾ ਹੈ, ਸੁਚੇਤ ਹੋ ਜਾਵੋ। ਹੁਣ ਇਹ ਤੇ ਰਾਜਨੀਤੀ ਦੀ ਗੱਲ ਸੀ ਨਾ। ਅਸੀਂ ਕਈ ਵਾਰ ਕਹਿ ਦਿੰਦੇ ਜੀ ਗੁਰੂ ਘਰ ਦੀ ਸਟੇਜ ਤੋਂ ਰਾਜਨੀਤੀ ਦੀਆਂ ਗੱਲਾਂ ਨਹੀਂ ਕਰਨੀਆਂ, ਸਿੱਖੀ ਨੂੰ ਰਾਜਨੀਤੀ ਤੋਂ ਦੂਰ ਨਹੀਂ ਕਰ ਸਕਦੇ। ਪਰ ਸਾਡੀ ਰਾਜਨੀਤੀ ਦੇ ਅੰਦਰ ਤੇ ਸੰਸਾਰ ਦੀ ਰਾਜਨੀਤੀ ਦੇ ਅੰਦਰ ਬਹੁਤ ਫਰਕ ਹੈ, ਬੜਾ ਫਰਕ ਹੈ, ਬੜਾ ਅੰਤਰ ਹੈ। ਜਿੱਥੇ ਸੰਸਾਰ ਦੇ ਲੋਕਾਂ ਨੂੰ ਇਦਾਂ ਲੱਗਦਾ ਹੈ ਵੀ ਰਾਜਨੀਤੀ ਦੇ ਕਰਕੇ ਧਰਮ ਹੈ, ਉੱਥੇ ਸਿੱਖੀ ਦੀ ਵਿਚਾਰਧਾਰਾ ਠੀਕ ਇਹਦੇ ਤੋਂ ਉਲਟ ਹੈ, ਠੀਕ ਇਹਦੇ ਤੋਂ ਉਲਟ ਹੈ। ਸਾਡੇ ਧਰਮ ਕਰਕੇ ਧਰਮ ਦੇ ਨਾਲ ਜੁੜੀ ਹੋਈ ਰਾਜਨੀਤੀ ਹੈ। ਦੋਵੇਂ ਇੱਕ ਸਿੱਕੇ ਦੇ ਦੋ ਪਹਿਲੂ ਨੇ। ਜਿਸ ਦਿਨ ਇੱਕ ਵੀ ਪਹਿਲੂ ਖਤਮ ਹੁੰਦਾ ਹੈ ਸਿੱਕਾ ਉਸੇ ਦਿਨ ਖੋਟਾ ਹੋ ਜਾਂਦਾ ਹੈ। ਧਰਮ ਫਿਰ ਵੀ ਰਾਜਨੀਤੀ ਤੋਂ ਬਿਨਾਂ ਉਦਾਂ ਹੀ ਕਾਇਮ ਰਹੇਗਾ, ਪਰ ਜੇ ਰਾਜਨੀਤੀ ਦੇ ਅੰਦਰੋਂ ਧਰਮ ਨੂੰ ਕੱਢ ਦੇਵੋਗੇ ਨਾ ਫਿਰ ਉਹ ਹਾਲ ਹੋਏਗਾ ਜਿਹੜਾ ਅੱਜ ਹੋ ਰਿਹਾ। ਇਹ ਪ੍ਰਤੱਖ ਉਦਾਹਰਣ ਹੈ। ਜੋ ਪਹਿਲੋਂ ਹੋਇਆ ਅਸੀਂ ਦੇਖਿਆ ਨਹੀਂ, ਸਾਨੂੰ ਬਹੁਤਾ ਯਕੀਨ ਨਹੀਂ ਹੁੰਦਾ। ਕਈ ਵਾਰ ਜਿਹੜੇ ਸਾਡੇ ਵਰਗੇ ਸਿਆਣੇ ਨੇ ਉਹਨਾਂ ਨੂੰ ਛੇਤੀ ਯਕੀਨ ਨਹੀਂ ਹੁੰਦਾ, ਪਰ ਜੋ ਅੱਜ ਹੈ ਨਾ ਇਹੀ ਤਾਂ ਹੈ ਅਸਲ ਦੇ ਵਿੱਚ। ਸਤਿਗੁਰੂ ਕਹਿੰਦੇ ਇਹੀ ਤੇ ਸਾਰਾ ਕੁਝ ਸਿਸਟਮ ਵਿਗੜਿਆ ਹੋਇਆ ਹੈ ਨਾ। ਇਸੇ ਨੂੰ ਤੇ ਮਾਲਕ ਕਹਿੰਦੇ ਨੇ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨੰਦਾ ਪਾਇਨ ਘਾਓ, ਰਤ ਪਿੱਤ ਕੁੱਤੇ ਹੋ ਚੱਟ ਜਾਓ। ਇਹੀ ਤੇ ਹੋ ਰਿਹਾ ਹੈ। ਰਾਜੇ ਜਿਸ ਦਿਨ ਸ਼ੀਂਹ ਬਣ ਜਾਂਦੇ ਨੇ, ਸ਼ੇਰਾਂ ਵਾਂਗ ਸ਼ਿਕਾਰ ਕਰਨਾ ਸ਼ੁਰੂ ਕਰ ਦਿੰਦੇ ਨੇ, ਮੁਕੱਦਮ ਉਹਨਾਂ ਦੇ ਤਰੀਕਿਆਂ ਦੇ ਉੱਤੇ ਉਹਨਾਂ ਦੇ ਮਗਰ ਲੱਗਦਿਆਂ ਹੋਇਆਂ ਉਹ ਵੀ ਉਦਾਂ ਹੀ ਕਾਣ ਕਰਦੇ ਨੇ। ਇਹੀ ਕੁਝ ਫਿਰ ਮਸਲਾ ਕੀ ਬਣਦਾ ਹੈ? ਵਾਪਸੀ ਫਿਰ ਇਦਾਂ ਹੀ ਹੁੰਦੀ ਹੈ। ਕੋਈ ਬੇਅੰਤ ਸਿੰਘ, ਕੋਈ ਸਤਵੰਤ ਸਿੰਘ, ਕੋਈ ਹਰਜਿੰਦਰ ਸਿੰਘ ਜਿੰਦਾ, ਫਿਰ ਇਦਾਂ ਦੇ ਹੀ ਪੈਦਾ ਹੁੰਦੇ। ਫਿਰ ਬਾਰ-ਬਾਰ ਇਹ ਦੁਹਰਾਇਆ ਜਾਂਦਾ ਹੈ। ਇਤਿਹਾਸ ਹਮੇਸ਼ਾ ਆਪਣੇ ਆਪ ਨੂੰ ਦੁਹਰਾਏਗਾ। ਜੇ ਕੋਈ ਕਵੇ ਵੀ ਜ਼ੁਲਮ ਕਰਨ ਵਾਲੇ ਖਤਮ ਨਹੀਂ ਹੋਣਗੇ, ਫਿਰ ਇਹ ਵੀ ਨਾ ਕੋਈ ਸੋਚ ਲਵੇ ਵੀ ਉਸ ਜ਼ੁਲਮ ਨੂੰ ਠੱਲ ਪਾਉਣ ਵਾਲੇ ਖਤਮ ਹੋ ਸਕਦੇ। ਇਹ ਭੁਲੇਖਾ ਹੀ ਹੈ। ਇਹ ਭੁਲੇਖਾ ਹੈ ਕਿਸੇ ਨੂੰ ਵੀ ਅਸੀਂ ਯਤਨ ਕਰਕੇ ਸਾਰਾ ਜ਼ੋਰ ਲਾ ਕੇ ਇਹਨਾਂ ਨੂੰ ਖਤਮ ਕਰ ਦੇਵਾਂਗੇ। ਇਹਨਾਂ ਨੂੰ ਖਤਮ ਕਰਨ ਵਾਲਾ ਤੇ ਵਜ਼ੀਰ ਖਾਨ ਬੜੇ ਦਾਅਵੇ ਦੇ ਨਾਲ ਇਹ ਗੱਲ ਕਹਿੰਦਾ ਸੀ ਵੀ ਸਿੱਖ ਖਤਮ ਹੋ ਗਏ ਨੇ। ਅੱਜ ਵੀ ਇਹਨਾਂ ਦੀ ਭਾਵਨਾ ਲੈਣ ਵਾਲੇ ਬੈਠੇ ਹੋਏ ਨੇ। ਉਹਦਾ ਕਾਰਨ ਕੀ ਹੈ? ਅਸੀਂ ਸੁਚੇਤ ਨਹੀਂ ਹੈ। ਸਾਨੂੰ ਇਦਾਂ ਲੱਗਦਾ ਹੈ ਕਿ ਸਿੱਖੀ ਜਿਹੜੀ ਹੈ ਨਾ ਇਹਦੇ ਵਿੱਚ ਕੁਝ ਨਹੀਂ ਹੈਗਾ। ਬਾਣੀ ਪੜ੍ਹਨਾ ਤੇ ਐਵੇਂ ਫਜ਼ੂਲ ਦਾ ਕੰਮ ਹੈ। ਸਾਡੇ ਦਿਮਾਗਾਂ ਦੇ ਅੰਦਰ ਇਹ ਗੱਲ ਪਾਈ ਜਾ ਰਹੀ ਹੈ ਵੀ ਬਾਣੀ ਪੜ੍ਹਨੀ ਫਜ਼ੂਲ ਦਾ ਕੰਮ ਹੈ। ਜੀ ਇਹਨੂੰ ਪੜ੍ਹ ਕੇ ਕੀ ਹੋਣਾ ਹੈ? ਜੀ ਕਕਾਰ ਪਾ ਕੇ ਕਿਹੜਾ ਅਧਿਆਤਮ ਆਉਂਦਾ ਹੈ? ਕਕਾਰ ਪਾ ਕੇ ਅਧਿਆਤਮ ਨਹੀਂ ਹੁੰਦਾ। ਕਕਾਰ ਪਾ ਕੇ ਕਲਗੀਧਰ ਸਵਾਮੀ ਦੀ ਬਖਸ਼ਿਸ਼ ਮਿਲਦੀ ਹੈ, ਔਰ ਜਿਸ ਦਿਨ ਉਹਦੀ ਬਖਸ਼ਿਸ਼ ਮਿਲ ਜਾਵੇ ਫਿਰ ਕਿਸੇ ਹੋਰ ਅਧਿਆਤਮ ਦੀ ਲੋੜ ਹੀ ਨਹੀਂ ਪੈਂਦੀ। ਉਹ ਸੰਸਾਰ ਦੇ ਅੰਦਰ ਦੇ ਅਧਿਆਤਮ ਹੋਣਗੇ, ਕਿਸੇ ਦੇ ਤਰੀਕਿਆਂ ਦੇ ਅਧਿਆਤਮ ਹੋਣਗੇ ਵੀ ਬਾਹਰੀ ਚਿੰਨ੍ਹ ਪਾ ਕੇ ਅਸੀਂ ਧਰਮੀ ਬਣ ਜਾਵਾਂਗੇ। ਇੱਥੇ ਬਾਹਰੀ ਚਿੰਨ੍ਹ ਪਾ ਕੇ ਧਰਮੀ ਬਣਨਾ ਨਹੀਂ ਹੈ। ਇੱਥੇ ਚਿੰਨ੍ਹ ਹੀ ਤਾਂ ਪਾਏ ਜਾਂਦੇ ਨੇ ਵੀ ਧਰਮੀ ਬਣ ਗਏ ਆ, ਪਰ ਉਹ ਵੱਖਰੀ ਗੱਲ ਹੈ। ਸਾਰੇ ਨਹੀਂ ਬਣ ਸਕਦੇ, ਸਾਰਿਆਂ ਦੇ ਵੱਸ ਦੀ ਨਹੀਂ ਹੈ, ਔਖਾ ਹੈ ਕੰਮ। ਜਦੋਂ ਤੱਕ ਸਿਧਾਂਤ ਨਹੀਂ ਮੰਨਦੇ, ਜਿਸ ਦਿਨ ਅਸੀਂ ਸਿਧਾਂਤ ਨੂੰ ਮੰਨ ਲਵਾਂਗੇ ਨਾ, ਸਾਡੇ ਅੰਦਰ ਉਹ ਜਜ਼ਬਾ ਹਮੇਸ਼ਾ ਹੀ ਬਣਿਆ ਰਹੇਗਾ। ਔਰ ਇਹ ਖਿਆਲ ਕੱਢ ਦਈਏ ਵੀ ਇਹਨੂੰ ਕੋਈ ਖਤਮ ਕਰ ਦੇਵੇਗਾ। ਇਹ ਜਜ਼ਬੇ ਨੂੰ ਖਤਮ ਨਹੀਂ ਕਰ ਸਕਦੇ, ਭਾਵੇਂ ਕਿ ਜਿੰਨਾ ਮਰਜ਼ੀ ਯਤਨ ਕੀਤਾ ਜਾਵੇ। ਹਾਂ, ਬਸ਼ਰਤੇ ਵੀ ਅਸੀਂ ਸੁਚੇਤ ਰਹੀਏ। ਔਰ ਬਹੁਤੀ ਵਾਰ ਇਹ ਵੀ ਕੋਈ ਮਸਲਾ ਨਹੀਂ ਹੁੰਦਾ ਕਿ ਕਿਹਨੇ ਕਕਾਰ ਧਾਰਨ ਕੀਤੇ ਨੇ ਜਾਂ ਕਿਹਨੇ ਨਹੀਂ ਕੀਤੇ। ਜਿਸ ਦਿਨ ਇਹ ਭਾਵਨਾ ਪੈਦਾ ਹੁੰਦੀ ਹੈ ਨਾ ਬੇਅੰਤ ਸਿੰਘ ਦੇ ਅੰਦਰ, ਉਸ ਦਿਨ ਉਹਨੇ ਕੋਈ ਬਹੁਤੇ ਕਕਾਰ ਨਹੀਂ ਸੀ ਪਾਏ, ਉਹ ਤਾਂ ਕੋਈ ਧਰਮੀ ਨਹੀਂ ਸੀ।
ਕੋਈ ਧਰਮੀ ਨਹੀਂ ਸੀ ਉਹ। ਜੇ ਅਸੀਂ ਆਪਣੀ ਨਜ਼ਰ ਦੇ ਨਾਲ, ਸਾਡੀ ਆਪਣੀ ਪਰਿਭਾਸ਼ਾ ਦੇ ਨਾਲ ਅਸੀਂ ਦੇਖੀਏ ਨਾ, ਧਰਮ ਦੀ ਪਰਿਭਾਸ਼ਾ ਜਿਹੜੀ ਅਸੀਂ ਸਿਰਜ ਕੇ ਬੈਠੇ ਆ, ਫਿਰ ਉਦੋਂ ਉਹ ਕੋਈ ਧਰਮੀ ਨਹੀਂ ਸੀ। ਉਹ ਉਦਾਂ ਦੇ ਹੀ ਕੰਮ ਕਰਦਾ ਸੀ ਜਿੱਦਾਂ ਦੇ ਉਹਦੇ ਅਹਿਲਕਾਰ ਕਰਦੇ ਸਨ, ਉਹਦੇ ਉੱਤੇ ਬੈਠਣ ਵਾਲੇ ਕਰਦੇ ਸਨ, ਉਦਾਂ ਦੇ ਹੀ ਕੰਮ ਉਹ ਵੀ ਕਰਦਾ ਸੀ। ਪਰ ਜਿਸ ਦਿਨ ਦਰਸ਼ਨ ਕਰ ਲਏ ਉਸ ਢੱਠੇ ਅਕਾਲ ਦੇ, ਉਸੇ ਦਿਨ ਹੀ ਸਮਝ ਆ ਗਈ, ਉਹ ਢੱਠਾ ਤਖਤ ਵੇਖ ਕੇ ਪਤਾ ਲੱਗ ਗਿਆ ਵੀ ਇਹ ਹੁਣ ਸਿਸਟਮ ਬਦਲਣਾ ਪਏਗਾ। ਹੁਣੇ ਹੱਦ ਹੋ ਗਈ, ਹੁਣੇ ਹੱਦ ਹੋ ਗਈ ਹੈ। ਔਰ ਹੱਦ ਨੂੰ ਜਿਸ ਦਿਨ ਕੋਈ ਹੱਦ ਕਰੇ ਤੇ ਮਾਲਕ ਕਹਿੰਦੇ ਫਿਰ ਉਹਨੂੰ ਰੋਕਣ ਵਾਲਾ ਤੇ ਕੋਈ ਨਾ ਕੋਈ ਆਏਗਾ। ਇਹ ਜ਼ੁਲਮ ਹਮੇਸ਼ਾ ਨਹੀਂ ਰਹਿੰਦੇ, ਨਾ ਜ਼ੁਲਮ ਕਰਨ ਵਾਲੇ ਹਮੇਸ਼ਾ ਰਹਿੰਦੇ ਨੇ। ਬੜਿਆਂ ਨੇ ਇੱਥੇ ਆ ਕੇ ਕਿਹਾ, ਬਾਅਦ ਵਿੱਚ ਵੀ ਤੇ ਕਿੰਨਿਆਂ ਨੇ ਜ਼ੋਰ ਲਾਇਆ ਹੁੰਦਾ, ਕਦੇ ਜਨਰਲ ਵੈਦਿਆ ਵਰਗੇ, ਕਦੇ ਗੋਬਿੰਦ ਰਾਮ ਵਰਗੇ, ਜਿਹੜੇ ਕਹਿੰਦੇ ਸਨ ਵੀ ਗੋਬਿੰਦ ਸਿੰਘ ਦਾ ਨਾਮ ਤੁਹਾਨੂੰ ਭੁੱਲ ਜਾਏਗਾ, ਗੋਬਿੰਦ ਰਾਮ ਚੇਤਾ ਰਹੇਗਾ। ਕਿੱਥੇ ਚਲੇ ਗਏ? ਇੱਥੇ ਤੇ ਸਾਰੇ ਜਾਣਗੇ ਇੱਥੇ ਰਹਿਣ ਵਾਲਾ ਇੱਕੋ ਹੀ ਆ, ਜਿਹਦੇ ਹਿਰਦੇ ਦੇ ਅੰਦਰ ਸੱਚ ਦੀ ਬਾਤ ਵਸ ਗਈ, ਉਹ ਸੱਚ ਨੂੰ ਨਹੀਂ ਕੱਢ ਸਕਦਾ। ਜਦੋਂ ਤੱਕ ਸੱਚ ਦੇ ਨਾਲ ਜੁੜਦੇ ਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਛੱਡ ਕੇ ਜਦੋਂ ਕਿਸੇ ਹੋਰ ਦੇ ਕੋਲ ਜਾ ਕੇ ਮੱਥੇ ਟੇਕਦੇ ਆ ਨਾ, ਇੱਕ ਵਾਰ ਖਿਆਲ ਕਰ ਲਈਏ ਵੀ ਕਰਦੇ ਕੀ ਆ। ਆਪਣੇ ਆਪ ਸਮਝ ਆ ਜਾਏਗੀ, ਸ਼ੀਸ਼ਾ ਸਾਹਮਣੇ ਦਿਖ ਜਾਏਗਾ। ਜਿਸ ਦਿਨ ਸ਼ੀਸ਼ਾ ਦਿਖ ਜਾਏ ਨਾ, ਪਤਾ ਲੱਗ ਜਾਏਗਾ ਦਾਗ ਕਿੱਥੇ ਕਿੱਥੇ ਲੱਗੇ ਨੇ, ਸਾਫ਼ ਕੀਤੇ ਜਾ ਸਕਦੇ ਨੇ। ਅਸੀਂ ਚਾਹੁੰਦੇ ਨਹੀਂ, ਅਸੀਂ ਚਾਹੁੰਦੇ ਆ ਸ਼ੀਸ਼ਾ ਸਾਫ਼ ਕਰ ਲਈਏ, ਦਾਗ ਨਾ ਸਾਫ਼ ਕਰੀਏ। ਅਸੀਂ ਚਾਹੁੰਦੇ ਆ ਵੀ ਸ਼ਬਦ ਆਪਣੀ ਮਰਜ਼ੀ ਦੇ ਨਾਲ ਵਰਤ ਕੇ ਕਿਸੇ ਵੀ ਥਾਂ ਤੇ ਮੱਥਾ ਟੇਕ ਲਈਏ, ਪਰ ਇਹ ਨਾ ਬਦਲੀਏ ਕਿ ਜੋ ਸਤਿਗੁਰੂ ਕਹਿ ਰਹੇ ਨੇ ਉਹ ਮੰਨ ਕੇ ਉਹਨਾਂ ਥਾਵਾਂ ਤੇ ਜਾਣਾ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜ ਜਾਈਏ। ਜਦੋਂ ਤੱਕ ਇਹ ਭਾਵਨਾ, ਇਹ ਸਿਧਾਂਤ ਨਹੀਂ ਮੰਨਦੇ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਜਦੋਂ ਤੱਕ ਇੱਕ ਸ਼ਬਦ ਦੀ ਵਿਚਾਰ ਦੇ ਨਾਲ ਨਹੀਂ ਜੁੜਦੇ, ਥਾਂ ਥਾਂ ਦੇ ਉੱਤੇ ਭਟਕਾਂਗੇ, ਫਿਰ ਇਦਾਂ ਦਾ ਹੀ ਸੁਭਾਅ ਬਣ ਜਾਏਗਾ। ਪਰ ਮਾਲਕ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ, ਇਸ ਸੁਭਾਅ ਤੇਰਾ ਨਹੀਂ ਬਦਲਣਾ ਚਾਹੀਦਾ। ਸੁਣਿਆ ਅਣਸੁਣਿਆ ਕਰੈ, ਕਰੇ ਵਿਚਾਰ ਡਿਠਾ ਅਣ ਡਿਠਾ। ਗੰਨੇ ਦੀ ਇੱਕ ਖਾਸੀਅਤ ਹੈ, ਜੇ ਇਹਦੇ ਖੇਤ ਦੇ ਵਿੱਚ ਜਾ ਕਰਕੇ ਕੋਈ ਗੱਲਾਂ ਕਰੇ ਨਾ, ਬਹੁਤੀ ਦੂਰ ਤੱਕ ਸੁਣਾਈ ਨਹੀਂ ਦਿੰਦੀਆਂ। ਨਾ ਇਹਦੇ ਅੰਦਰ ਬੈਠਾ ਹੋਇਆ ਮਨੁੱਖ ਛੇਤੀ ਲੱਭ ਸਕਦਾ ਹੈ। ਅੱਖੀ ਧੂੜ ਟਾਈਆਂ, ਅੱਖੀ ਵਿੱਚ ਅੰਗੂਰ ਬੈਠਾ। ਇਹ ਗੰਨੇ ਦੀਆਂ ਪੂਰੀਆਂ ਕੀਤੀਆਂ ਜਾਂਦੀਆਂ, ਛੋਟੇ ਛੋਟੇ ਟੁਕੜੇ ਕਰਕੇ, ਹਰੇਕ ਟੁਕੜੇ ਦੇ ਉੱਤੇ ਇੱਕ ਅੱਖ ਵਰਗਾ ਬਣਿਆ ਹੁੰਦਾ ਹੈ, ਉਹਨੂੰ ਦੱਬਿਆ ਜਾਂਦਾ ਹੈ। ਉਹਦੇ ਵਿੱਚ ਇੱਕ ਅੰਗੂਰ ਹੈ, ਬੀਜ ਹੈ, ਉਹ ਉਹਦੇ ਤੋਂ ਹੀ ਵੱਧਦਾ ਹੈ। ਕਦੂ ਬਾਲੇ ਬੂਟ ਹੋਏ, ਸਿਰ ਤਲਵਾਇਆ ਇਨਹੋ ਇਠਾ। ਔਰ ਉਸ ਇੱਕ ਪੂਰੀ ਤੋਂ ਫਿਰ ਗੰਨਾ ਪੈਦਾ ਹੁੰਦਾ ਹੈ। ਕਿੰਨੇ ਗੰਨੇ ਉਹਦੇ ਤੋਂ ਪੈਦਾ ਹੋ ਜਾਂਦੇ ਹਨ। ਦੋ ਖੁੰਡਾਂ ਵਿੱਚ ਪੀੜੀ ਐ, ਟੋਟੇ ਲਾਹੇ ਤਗੁਣ ਮਿੱਠਾ। ਔਰ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਕਿਸੇ ਨੇ ਉਹਨੂੰ ਥੱਲੇ ਮਾਰ ਕੇ ਤੋੜਿਆ, ਕਿਸੇ ਨੇ ਉਹਨੂੰ ਚੂਪਿਆ, ਕਿਸੇ ਨੇ ਵੱਢ ਕੇ ਟੁਕੜੇ ਕਰਕੇ ਥੱਲੇ ਦੱਬ ਦਿੱਤਾ, ਪਰ ਸੁਭਾਅ ਨਹੀਂ ਬਦਲਿਆ, ਉਹਦੇ ਅੰਦਰ ਦਾ ਰਸ ਨਹੀਂ ਗਿਆ। ਨਹੀਂ ਯਤਨ ਕਿਸੇ ਦਾ ਇਹਨੇ ਨਾਲ ਵੀ ਕੋਈ ਨਹੀਂ ਮੰਨਿਆ। ਹੋਰ ਤੰਗ ਕਰਨ ਵਾਸਤੇ, ਹੋਰ ਉਹਦਾ ਰਸ ਕੱਢਣ ਵਾਸਤੇ ਉਹਨੂੰ ਕੋਲੂ ਦੇ ਵਿੱਚ ਪੀੜਿਆ ਗਿਆ, ਪਰ ਉਹਨੂੰ ਕੋਲੂ 'ਚ ਪੀੜ ਦਿੱਤਾ ਗਿਆ। ਉਹਦੇ ਅੰਦਰ ਦਾ ਜਿਹੜਾ ਸਵਾਦ ਸੀ ਨਾ ਰਸ ਦਾ, ਉਹ ਫਿਰ ਵੀ ਨਹੀਂ ਬਦਲਿਆ। ਜਿਹੜਾ ਸੱਚਮੁੱਚ ਗੁਰੂ ਦੇ ਨਾਲ ਜੁੜ ਜਾਏ, ਜਿਹਦੇ ਹਿਰਦੇ ਦੇ ਅੰਦਰ ਗੁਰੂ ਦਾ ਸਿਧਾਂਤ ਵਸ ਜਾਵੇ, ਫਿਰ ਕੌਣ ਕੀ ਕਰਦਾ ਹੈ ਉਹਦੇ ਨਾਲ, ਇਸ ਗੱਲ ਦੇ ਨਾਲ ਕੋਈ ਮਸਲਾ ਨਹੀਂ ਹੈ। ਵੀਰ ਕੀ ਵਰਤ ਦਾ ਅਵਗੁਣਿਆਰੇ ਪਾਪ ਗਣਿਠਾ। ਉਹ ਬਾਕੀਆਂ ਦੇ ਨਾਲੋਂ ਵੱਖਰਾ ਹੋ ਕੇ ਨਿਬੜਦਾ ਹੈ, ਬਾਕੀਆਂ ਨਾਲੋਂ ਵੱਖਰਾ ਹੋ ਜਾਂਦਾ। ਵੀ ਬਾਕੀ ਜਿਹੜਾ ਸੰਸਾਰ ਹੈ ਉਹਦੀ ਗਿਣਤੀ 20 ਦੇ ਵਿੱਚ ਹੈ। 21 ਸਤ ਸੰਗਤ, ਇਹਦਾ ਹੀ ਗੁਰੂ ਕੇ ਪਿਆਰ ਵਾਲੇ ਨੇ, ਉਹ ਸੰਸਾਰ ਦੀ ਪਰਵਾਹ ਨਹੀਂ, ਉਹ ਗੁਰੂ ਕੀ ਸੰਗਤ ਦੇ ਅੰਦਰ ਜੁੜਦੇ ਹਨ। ਗੰਨੇ ਵਾਂਗ ਸੋ ਦਿਠਾ। ਜਿਹੜਾ ਗੰਨੇ ਦੇ ਵਾਂਗ ਆਪਣੇ ਜੀਵਨ ਨੂੰ ਸਵਾਰ ਲਵੇਗਾ ਨਾ, ਗੁਰੂ ਦੇ ਸਿਧਾਂਤ ਨੂੰ ਛੱਡਦਾ ਨਹੀਂ। ਦੁੱਖ ਕਿੰਨਾ ਆ ਜਾਏ, ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਗੁਰੂ ਨੂੰ ਛੱਡ ਕੇ ਥਾਂ ਥਾਂ ਦੇ ਉੱਤੇ ਭਟਕਦੇ ਫਿਰਦੇ ਆ, ਫਿਰ ਇਹ ਸੁਭਾਅ ਉਹਨਾਂ ਦਾ ਨਹੀਂ ਹੈ ਜਿਹੜੇ ਗੁਰੂ ਦੇ ਨਾਲ ਜੁੜੇ ਨੇ। ਇਹ ਸੁਭਾਅ ਉਹਨਾਂ ਦਾ ਹੈ ਜਿਨ੍ਹਾਂ ਵਾਸਤੇ
ਮਾਲਕ ਪਾਵਨ ਬਾਣੀ ਦੇ ਅੰਦਰ ਵੀ ਬਚਨ ਕਰਦੇ ਨੇ। ਸਤਿਗੁਰੂ ਕਹਿੰਦੇ ਇਹਨਾਂ ਦਾ ਸੁਭਾਅ ਤੇ ਉਸ ਕੂਕਰ ਵਰਗਾ ਹੈ ਜਿਹੜਾ ਥਾਂ ਥਾਂ ਦੇ ਉੱਤੇ ਮੂੰਹ ਮਾਰਦਾ ਫਿਰਦਾ ਹੈ। ਔਰ ਕਿਸੇ ਅਦੀਬ ਨੇ ਲਿਖਿਆ, ਉਹ ਕਹਿੰਦਾ ਹੈ, ਜੋ ਕੁੱਤਾ ਦਰ ਦਰ ਫਿਰੈ ਦਰ ਦਰ ਦੁਰ ਦੁਰ ਹੋਏ, ਜੋ ਇੱਕ ਦਰ ਦਾ ਹੋਏ ਰਹਿ ਤਾਂ ਕਿਉਂ ਦੁਰ ਦੁਰ ਹੋਏ। ਫਿਰ ਦਬਕੇ ਨਹੀਂ ਵੱਜਦੇ, ਫਿਰ ਇੱਕ ਥਾਂ ਦੇ ਉੱਤੇ ਟਿਕਿਆ ਜਾਂਦਾ ਹੈ, ਫਿਰ ਉਹਨੂੰ ਆਦਰ ਦੇ ਨਾਲ ਰੋਟੀ ਮਿਲਦੀ ਹੈ। ਤੇ ਜਿਹੜੇ ਥਾਂ ਥਾਂ ਦੇ ਉੱਤੇ ਕੁੱਕਰ ਤੁਰੇ ਫਿਰਨ ਹਰ ਘਰ ਦੇ ਵਿੱਚ, ਉਤੋਂ ਫਿਰ ਡਾਂਗਾ ਸੋਟੇ ਹੀ ਮਿਲਦੇ ਨੇ। ਮਾਲਕ ਕਹਿੰਦੇ ਫਿਰ ਇੱਕ ਦਰ ਤੇ ਆ ਕੇ ਟਿਕ ਜਾ। ਇਹ ਦਰ ਹੀ ਐਸਾ ਹੈ, ਇਸ ਦਰ ਦੇ ਉੱਤੇ ਆ ਕੇ ਟਿਕਿਆ ਹੋਇਆ ਮਨੁੱਖ ਬੜਾ ਸੁੱਖ ਮੰਨਦਾ ਹੈ। ਵਿਸ਼ਵ ਕਹਿੰਦੇ ਕਬੀਰ, ਜਿਹੰਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੁੱਟਿਐ ਜੋ ਦਰ ਐਸਾ ਹੋਏ। ਜਿਹੜਾ ਦਰ ਇਦਾਂ ਦਾ ਜਿੱਥੇ ਕੋਈ ਮਨਾ ਨਹੀਂ ਕਰਦਾ, ਜਿੱਥੇ ਕੋਈ ਦਬਕੇ ਨਹੀਂ ਮਾਰਦਾ, ਉਸ ਦਰ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣਾ ਕੋਈ ਸਿਆਣਪ ਨਹੀਂ ਹੈ। ਸਤਿਗੁਰੂ ਸਮਤ ਬਖਸ਼ਣ, ਦਇਆ ਕਰਨ, ਸਾਡੇ ਹਿਰਦਿਆਂ ਦੇ ਅੰਦਰ ਪਾਵਨ ਬਾਣੀ ਦੀ ਵਿਚਾਰਧਾਰਾ, ਗੁਰੂ ਕੇ ਸਿਧਾਂਤ ਸਾਡੇ ਹਿਰਦੇ ਦੇ ਅੰਦਰ ਜੁੜ ਜਾਣ। ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਦੀ ਜਿਹੜੀ ਭਾਵਨਾ ਹੈ ਸਾਡੇ ਹਿਰਦੇ ਦੇ ਅੰਦਰ ਆ ਜਾਏ। ਸਤਿਗੁਰੂ ਰਹਿਮਤ ਕਰਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।